ਅੰਮ੍ਰਿਤਸਰ ਦੇ ਅਟਾਰੀ ਵਾਹਗਾ ਸਰਹੱਦ ਨੂੰ ਜਾਂਦਿਆਂ ਰਸਤੇ ਵਿੱਚ ਇੰਡੀਆ ਗੇਟ ਦੇ ਬਿਲਕੁਲ ਲਾਗੇ ਇੱਕ ਐਸੀ ਗਊਸ਼ਾਲਾ ਜਿਹਦੇ ਵਿੱਚ ਹਰ ਉਪਲਬਧੀ ਦੇਖਣ ਨੂੰ ਮਿਲੇਗੀ। ਦੋਸਤੋ, ਇੱਕ ਨਹੀਂ ਦੋ ਨਹੀਂ, ਪੂਰੀਆਂ 300 ਗਊਆਂ ਦਾ ਪਾਲਣ ਪੋਸ਼ਣ ਹੁੰਦਾ ਹੈ ਇਸ ਇਕਲੌਤੀ ਗਊਸ਼ਾਲਾ ਦੇ ਵਿੱਚ। ਦੋਸਤੋ, ਜੇਕਰ ਇਨਸਾਨ ਦੀਆਂ ਲੱਤਾਂ ਠੀਕ ਨਾ ਹੋਣ, ਟੁੱਟ ਗਈਆਂ ਹੋਣ, ਤਾਂ ਉਹਦੇ ਵਾਸਤੇ ਜੁਗਾੜ ਕੀਤਾ ਜਾਂਦਾ ਹੈ ਵੋਕਰ ਦਾ, ਤਾਂ ਜੋ ਉਹ ਚੱਲ ਸਕੇ। ਸੇਮ ਉਸੇ ਤਰੀਕੇ ਦੇ ਨਾਲ ਇਸ ਗਊਸ਼ਾਲਾ ਦੇ ਵਿੱਚ ਵੀ ਬੇਜ਼ਬਾਨ ਗਊਆਂ ਵਾਸਤੇ ਇਹ ਕੀਤਾ ਗਿਆ ਹੈ ਵੋਕਰ ਤਿਆਰ। ਦੋਸਤੋ, ਇਹ ਉਹ ਗਊਸ਼ਾਲਾ ਹੈ ਜਿਹਦੇ ਵਿੱਚ ਮੇਲ ਇੱਕ ਪਾਸੇ ਤਾਂ ਫੀਮੇਲ ਇੱਕ ਪਾਸੇ। ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਮੇਲ ਅਤੇ ਫੀਮੇਲ ਇਕੱਠੇ ਹੀ ਰੱਖ ਲਿੱਤੇ ਜਾਂਦੇ ਨੇ, ਜਿਹਦੇ ਨਾਲ ਗਊਆਂ ਦੀ ਤਾਦਾਦ ਵੱਧਦੀ ਹੈ। ਤਾਂ ਇਹਦੇ ਵਿੱਚ ਇੱਕ ਖਾਸ ਉਪਰਾਲਾ ਇਹ ਵੀ ਕੀਤਾ ਗਿਆ ਕਿ ਮੇਲ ਵੱਖ ਤੇ ਫੀਮੇਲ ਵੱਖ। ਤਾਂ ਦੋਸਤੋ, CCTV ਕੈਮਰੇ ਦਾ ਵੀ ਖਾਸ ਪ੍ਰਬੰਧ ਇਸ ਗਊਸ਼ਾਲਾ ਦੇ ਵਿੱਚ ਰੱਖਿਆ ਗਿਆ ਤਾਂ ਜੋ ਕੋਈ ਵੀ ਕਿਸੇ ਵੀ ਗਲਤ ਹਰਕਤ ਨੂੰ ਅੰਜਾਮ ਨਾ ਦੇਵੇ। ਵੱਡੀ ਗੱਲ ਹੈ ਕਿ CCTV ਕੈਮਰੇ ਹਮੇਸ਼ਾ ਇੱਕ ਅੱਖ ਬਣ ਕੇ ਲੋਕਾਂ ਤੇ ਰੱਖਦੇ ਨੇ ਨਜ਼ਰ। ਤਾਂ ਦੋਸਤੋ, ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹੋਵੋਗੇ ਕਿ ਐਡੀ ਖੂਬਸੂਰਤ, ਐਡੀ ਸੋਹਣੀ ਗਊਸ਼ਾਲਾ ਦਾ ਦੇਖ ਰਖ ਕੌਣ ਕਰਦਾ ਹੋਏਗਾ। ਤਾਂ ਅਸੀਂ ਮੁੱਖ ਸੇਵਾਦਾਰ ਸਾਡੇ ਨਾਲ ਮੌਜੂਦ ਨੇ, ਸੁਖ ਅੰਮ੍ਰਿਤ। ਤਾਂ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬੀ ਦੇ ਉੱਤੇ। ਬਹੁਤ ਖੂਬਸੂਰਤੀ ਜਿਹੜੀ ਇੱਥੇ ਸਾਫ਼ ਦੇਖਣ ਨੂੰ ਮਿਲਦੀ, ਜਿਸ ਤਰ੍ਹਾਂ ਲੱਗਦਾ ਕੋਈ ਆਪਣਾ ਘਰ ਹੁੰਦਾ। ਇਸ ਤਰੀਕੇ ਨਾਲ ਖੂਬਸੂਰਤੀ ਰੱਖੀ ਗਈ। ਦੇਖੋ, ਜਦੋਂ ਤੁਸੀਂ ਕੋਈ ਵੀ ਚੀਜ਼ ਸ਼ੌਂਕ ਨਾਲ ਕਰੋਗੇ, ਆਪਣੀ ਸਮਝ ਕੇ ਕਰੋਗੇ, ਤੇ ਜ਼ਰੂਰੀ ਗੱਲ ਹੈ ਉਹ 'ਤੇ ਤੁਹਾਨੂੰ ਕੁਆਲਿਟੀ ਵੀ ਦਿਖੇਗੀ। ਅਸੀਂ ਇਹਨੂੰ ਆਪਣਾ ਘਰ ਸਮਝਦੇ ਹਾਂ, ਜਿਹੜੀ ਗਾਵਾਂ ਨੇ ਇਹਨੂੰ ਆਪਾਂ ਆਪਣਾ ਪਰਿਵਾਰ ਸਮਝਦੇ ਹਾਂ। ਅਤੇ ਜ਼ਰੂਰੀ ਗੱਲ ਹੈ ਇੱਥੇ ਸਾਫ਼ ਸਫਾਈ ਅਤੇ ਮੈਡੀਕਲ ਕੇਅਰ ਦਾ ਧਿਆਨ ਅਸੀਂ ਬਾਕੀਆਂ ਨਾਲੋਂ ਬਹੁਤ ਜ਼ਿਆਦਾ ਰੱਖਦੇ ਹਾਂ। ਜਦੋਂ ਤੁਸੀਂ ਇਹ ਵੀ ਰੱਖਦੇ ਹੋ, ਸਾਫ਼ ਸਫਾਈ ਅਤੇ ਮੈਡੀਕਲ ਕੇਅਰ ਤੁਸੀਂ ਪੂਰੀ ਦੋਗੇ, ਅੱਧੀ ਬਿਮਾਰੀਆਂ ਤਾਂ ਵੈਸੇ ਹੀ ਖਤਮ ਹੋ ਜਾਣਗੀਆਂ। ਸੁਖਪ੍ਰੀਤ ਜੀ, ਮੈਂ ਜਾਣਨਾ ਚਾਹਾਂਗਾ ਕਿ ਸਾਡੇ ਕੋਲ ਕਿੰਨੀਆਂ ਗਊਆਂ ਹੈਗੀਆਂ ਨੇ, ਮੇਲ ਫੀਮੇਲ ਕਿੰਨੇ ਟੋਟਲ ਹੈਗੇ ਨੇ, ਅਤੇ ਉਹਨਾਂ ਦਾ ਖਰਚਾ ਕਿਸ ਤਰ੍ਹਾਂ ਚੱਲਦਾ ਹੈ? ਕਿਉਂਕਿ ਮੈਂ ਜਿਹੜੀ ਜਗ੍ਹਾ ਦੇ ਉੱਤੇ ਖੜਾ ਹਾਂ ਉੱਥੇ ਪੱਠੇ ਕੁਤਰਦੇ ਪਏ ਨੇ, ਤਾਂ ਇਹ ਜਿਹੜੇ ਲੋਕ ਲੱਗੇ ਨੇ ਇਹ ਵੀ ਯਕੀਨਨ ਗੱਲ ਕਿ ਫ੍ਰੀ ਵਿੱਚ ਨਹੀਂ ਲੱਗੇ ਹੋਣਗੇ, ਪੈਸੇ ਲੈਂਦੇ ਹੋਣਗੇ। ਤਾਂ ਕਿੰਨੀਆਂ ਗਊਆਂ ਨੇ ਪਹਿਲੇ ਤੁਸੀਂ? ਸਾਡੇ ਕੋਲ ਇਸ ਵੇਲੇ 300 ਗਾਵਾਂ ਨੇ। ਜੇ ਤੁਸੀਂ ਮਹੀਨਾ ਪਹਿਲਾਂ ਹੀ ਜਾਓ ਤਾਂ ਤਕਰੀਬਨ ਸਾਡੇ ਕੋਲ 260 ਦੇ ਕਰੀਬ ਸੀਗੀਆਂ। ਬਟ ਸ਼ਾਇਦ ਚਲੋ G20 ਚੱਲ ਰਿਹਾ ਹੈਗਾ ਅਤੇ ਕਾਰਪੋਰੇਸ਼ਨ ਵੀ ਸਾਨੂੰ ਕਿਹਾ ਕਿ ਵੱਧ ਗਾਵਾਂ ਰੱਖ ਲਓ, ਕਿ ਬਾਹਰ ਜਦੋਂ ਕੋਈ ਬਾਹਰੋਂ ਆ ਰਿਹਾ ਘੁੰਮਣ ਤੇ ਉਹਨਾਂ ਨੂੰ ਨਹੀਂ ਲੱਗਣਾ ਚਾਹੀਦਾ ਸ਼ਹਿਰਾਂ 'ਚ ਗਾਵਾਂ ਰੁਲਦੀ ਪਈਆਂ, ਤੇ ਉਹਨਾਂ ਨੇ ਜ਼ਰੂਰੀ ਗੱਲ ਹੈ ਸਾਨੂੰ ਵੀ ਵਧਾਤੀਆਂ। ਬਟ ਇਹ ਐਕਚੁਅਲੀ ਜੇ ਤੁਸੀਂ ਮੈਨੂੰ ਪੁੱਛੋ, ਇਹਦੀ ਕਪੈਸਿਟੀ 212 ਗਾਵਾਂ ਦੀ ਹੈ, ਜਿਹੜੀ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਕਹਿੰਦਾ। ਇਸ ਵੇਲੇ ਅਸੀਂ ਇਹਨੂੰ ਓਵਰ ਕਰਾਊਡ ਕਰਕੇ 300 ਗਾਵਾਂ ਤੱਕ ਲੈ ਕੇ ਆਏ ਹਾਂ। ਅਤੇ ਜੇ ਤੁਸੀਂ ਮੇਰੇ ਤੋਂ ਖਰਚਾ ਪੁੱਛੋ, ਬਾਕੀਆਂ ਨਾਲੋਂ ਸਭ ਤੋਂ ਸਸਤੀ ਗਊਸ਼ਾਲਾ ਹੀ ਚਲਾ ਰਹੇ ਹਾਂ। ਇੱਕ ਦਿਨ ਦਾ ਇੱਕ ਗਾਂ ਦਾ ਖਰਚਾ ਸਿਰਫ 100 ਰੁਪਏ ਹੈ। ਉਹਦੇ ਵਿੱਚ ਜਿਸ ਤਰ੍ਹਾਂ ਹਰਾ ਚਾਰਾ ਪੈ ਰਿਹਾ, ਪੱਠੇ ਵੀ ਪੈਂਦੇ ਆ, ਤੂੜੀ ਵੀ ਪੈਂਦੀ ਹੈ। ਜਿੰਨੇ ਵੀ ਸੇਵਾਦਾਰ ਨੇ ਸਾਡੇ ਕੋਲ, ਉਹਨਾਂ ਦਾ ਖਰਚਾ, ਡਾਕਟਰ ਦਾ ਖਰਚਾ, ਪੈਰਾਵੈਟ ਦਾ ਖਰਚਾ, ਦਵਾਈਆਂ ਦਾ ਖਰਚਾ, ਇਸ ਥਾਂ ਦੀ ਮੇਨਟੇਨੈਂਸ, ਅਪਕੀਪ ਦਾ ਖਰਚਾ, ਅਕਾਊਂਟੈਂਟ ਦਾ ਖਰਚਾ, ਸਾਰਾ ਕੁਝ ਪਾ ਕੇ। ਪੱਠੇ ਤੇ ਮੈਂ ਦੇਖਿਆ, ਪਰ ਪਰਾਲੀ ਜਿਹੜੀ ਨਾਲ ਪੈਂਦੀ ਪਈ, ਇਹ ਮੈਂ ਬਹੁਤ ਘੱਟ ਜਗ੍ਹਾ ਤੇ ਦੇਖੀ ਹੈ। ਇਹਦਾ ਕੀ ਪਰਾਲੀ? ਦੇਖੋ, ਪੱਠੇ ਜਿਹਨੂੰ ਹਰਾ ਚਾਰਾ ਕਹਿ ਲੈਂਦੇ ਆ ਨਾ ਜੀ, ਇੱਕ ਤੁਹਾਨੂੰ ਆਮ ਪੰਡਿਤ ਵੀ ਤੁਹਾਨੂੰ ਕਹੇਗਾ ਕਿ ਹਰਾ ਚਾਰਾ ਪਾ ਕੇ ਆਓ। ਆਮ ਬੰਦਿਆਂ ਨੂੰ ਉਹ ਆਪਣਾ ਉਪਾਅ ਕਰਨ ਆ ਜਾਂਦੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਜੇ ਤੁਸੀਂ ਗਾਂ ਨੂੰ ਇਕੱਲਾ ਹਰਾ ਚਾਰਾ ਪਾਓਗੇ ਤੇ ਉਹਨੂੰ ਡਾਇਹੋਰੀਆ ਹੋ ਜਾਏਗਾ। ਉਹਨਾਂ ਨੂੰ ਪਰਾਲੀ ਜਾਂ ਤੂੜੀ ਉਨੀ ਇੰਪੋਰਟੈਂਟ ਹੈ, ਡਰਾਈ ਮੈਟਰ ਉਨਾ ਹੀ ਇੰਪੋਰਟੈਂਟ ਹੈ, ਤਾਂ ਹੀ ਉਹਨਾਂ ਦਾ ਡਾਈਜੈਸ਼ਨ ਠੀਕ ਰਹਿੰਦੀ ਹੈ, ਉਹ ਤੰਦਰੁਸਤ ਰਹਿੰਦੀਆਂ। ਹੁਣ ਆਮ ਗਊਸ਼ਾਲਾ ਦੇ ਵਿੱਚ ਤੁਹਾਨੂੰ ਇਹ ਕਿਉਂ ਨਹੀਂ ਦਿਖਦੀ? ਕਿਉਂਕਿ ਉਹ ਕੀ ਕਰਦੇ ਆ, ਗਾਵਾਂ ਰੱਖਣ ਦੀ ਕਰਦੇ ਆ, ਉਹ ਵੇਅਰ ਹਾਊਸ ਬਣਾਉਂਦੇ ਹੀ ਨਹੀਂ। ਜਿਹੜਾ ਹਰਾ ਚਾਰਾ ਹੈ ਇਹ ਰੋਜ਼ ਦੇ ਰੋਜ਼ ਤੁਹਾਨੂੰ ਪ੍ਰੋਕਿਓਰ ਕਰਨਾ ਪੈਂਦਾ। ਇਹਦੇ ਵਾਸਤੇ ਤੁਹਾਨੂੰ ਵੇਅਰ ਹਾਊਸ ਦੀ ਕੋਈ ਲੋੜ ਨਹੀਂ। ਟਰਾਲੀ ਆਈ, ਲੱਦੀ ਤੁਸੀਂ ਇੱਥੇ, ਅਤੇ ਇੱਥੇ ਆ ਕੇ ਤੁਸੀਂ ਉਹ ਕੁਤਰ ਕੇ ਤੇ ਨਾਲ ਪਾਤੀ। ਜਿਹੜਾ ਕਿ ਡਰਾਈ ਮੈਟਰ ਹੈ, ਇਹ ਜੇ ਤੁਸੀਂ ਟਾਈਮ ਟੂ ਟਾਈਮ ਬਲਕ ਦੇ ਵਿੱਚ ਪਰਚੇਜ਼ ਕਰੋਗੇ, ਅਸੀਂ 700 ਕੁਇੰਟਲ ਦਾ ਵੇਅਰ ਹਾਊਸ ਬਣਾਇਆ। 700 ਤੂੜੀ ਜਾਂ ਪਰਾਲੀ ਅਸੀਂ ਇੱਥੇ ਸਟੋਰ ਕਰ ਸਕਦੇ ਹਾਂ। ਅਤੇ ਉਹ ਬੇਸਿਕਲੀ ਆਮ ਗਊਸ਼ਾਲਾ ਦੇ ਵਿੱਚ ਉਹ ਕੋਸ਼ਿਸ਼ ਕਰਦੇ ਕਿ ਇੱਥੇ ਗਾਵਾਂ ਰੱਖੀਆਂ ਜਾਣ। ਅਸੀਂ ਕਿਉਂਕਿ ਸਿਸਟਮੈਟਿਕ ਚਲਾ ਰਹੇ ਹਾਂ, ਤਰੀਕੇ ਨਾਲ ਚਲਾ ਰਹੇ ਹਾਂ, ਅਤੇ ਅਸੀਂ ਇੱਥੇ ਵੇਅਰ ਹਾਊਸ ਮੇਨਟੇਨ ਕੀਤਾ। ਨੈਕਸਟ ਚੀਜ਼, ਜਿਹੜੀ ਪਰਾਲੀ ਹੈ ਜਾਂ ਤੂੜੀ ਹੈ, ਇਹ ਆਫ ਸੀਜ਼ਨ ਦੇ ਵਿੱਚ 800 ਤੋਂ ਲੈ ਕੇ 1000 ਰੁਪਏ ਕੁਇੰਟਲ ਹੋ ਜਾਂਦੀ ਹੈ, ਕਿ ਜਿਹਦੇ ਕਰਕੇ ਕਾਸਟ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਅਤੇ ਇੱਕ ਜਿਹੜੀ ਆਮ ਗਊਸ਼ਾਲਾ ਹੈ, ਉਹਨਾਂ ਨੂੰ ਪੱਠੇ ਪੈਂਦੇ ਆ, ਬਹੁਤ ਮਹਿੰਗੇ ਵੀ ਹੋਣਗੇ, 300 ਰੁਪਏ ਕੁਇੰਟਲ ਆਏਗਾ। ਇਹਦੇ ਕਰਕੇ ਲੋਕ ਅਵੋਇਡ ਕਰਦੇ ਆ ਕਿ ਹਰਾ ਜਿਹੜਾ ਡਰਾਈ ਮੈਟਰ ਉਹ ਨਾ ਪਾਇਆ ਜਾਏ ਅਤੇ ਇਕੱਲੇ ਦੇ ਇਕੱਲੇ ਪੱਠੇ 'ਤੇ ਚਲਾਇਆ ਜਾਏ। ਬਟ ਅਸੀਂ ਕਿਉਂਕਿ ਸਿਸਟਮੈਟਿਕਲੀ ਚਲਾ ਰਹੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੋਵੇਂ ਚੀਜ਼ਾਂ ਪ੍ਰੋਵਾਈਡ ਕੀਤੀਆਂ। ਇਹਦਾ ਖਾਸ ਪ੍ਰਬੰਧ ਇੱਥੇ ਦੇਖਣ ਨੂੰ ਮਿਲਦਾ ਪਿਆ ਵਾ। ਜ਼ਿਆਦਾਤਰ ਦੇਖਿਆ ਜਾਂਦਾ ਕਿ ਇਹ ਤੀਸਰੀ ਅੱਖ ਹਰ ਜਗ੍ਹਾ ਹੋਣੀ ਜ਼ਰੂਰੀ ਆ, ਤੇ ਇਹ ਇੱਥੇ ਵੀ ਨਜ਼ਰ ਆਉਂਦੀ ਵੀ ਹੈ।
ਬਿਲਕੁਲ ਦੇਖੋ, ਜੇ ਤੁਸੀਂ ਕੰਮ ਕੁਆਲਿਟੀ ਦਾ ਕਰਨਾ ਹੈ ਤੇ ਰਾਤ ਨੂੰ ਵੀ ਮੇਨਟੇਨ ਹੋਣੀ ਚਾਹੀਦੀ। ਜਦੋਂ ਤੁਸੀਂ ਉੱਥੇ ਨਹੀਂ ਹੈਗੇ, ਤੁਹਾਨੂੰ ਅੱਖਾਂ ਦੀ ਲੋੜ ਹੈ, ਜਿੱਥੋਂ ਤੁਹਾਨੂੰ ਪਤਾ ਲੱਗ ਰਿਹਾ ਕਿ ਕੰਮ ਠੀਕ ਤਰੀਕੇ ਨਾਲ ਚੱਲ ਰਿਹਾ। ਜੇ ਕੱਲ ਨੂੰ ਕੋਈ ਗਲਤੀ ਵੀ ਨਿਕਲ ਜਾਂਦੀ ਹੈ ਤਾਂ ਉਹ ਪਤਾ ਵੀ ਕਰਨਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਹੋਈ, ਕਿਉਂ ਹੋਈ। ਉਹਦੇ ਕਰਕੇ CCTV ਕੈਮਰਾਜ਼ ਇੱਥੇ ਲੱਗੇ ਆ। ਬਟ ਸਾਡਾ ਟੀਚਾ ਇਹ ਵੀ ਹੈਗਾ ਕਿ ਜਦੋਂ ਇੱਥੇ ਸਾਰਾ ਸਿਵਲ ਵਰਕ ਕੰਪਲੀਟ ਹੋ ਜਾਏਗਾ, ਇਹ CCTV ਕੈਮਰਾਜ਼ ਦੀ ਫੁਟੇਜ ਅਸੀਂ ਆਪਣੀ ਵੈਬਸਾਈਟ ਤੇ ਪਾਵਾਂਗੇ। ਕੋਈ ਸਾਨੂੰ ਡੋਨੇਟ ਕਰਦਾ ਹੈ, ਨਹੀਂ ਕਰਦਾ, ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇੱਕ ਗਊਸ਼ਾਲਾ ਕਿਸ ਤਰ੍ਹਾਂ ਚੱਲਦੀ ਹੈ, ਕਿਸ ਤਰ੍ਹਾਂ ਚੱਲਣੀ ਚਾਹੀਦੀ ਹੈ ਤੇ ਸਾਡੀ ਕਿਸ ਤਰ੍ਹਾਂ ਚੱਲ ਰਹੀ ਹੈ। ਅੱਛਾ, ਜਿਹੜੇ ਇੱਥੇ ਸੇਵਾਦਾਰ ਨੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਕੋਈ ਵੀ ਸੇਵਾਦਾਰ ਆ, ਉਹਦਾ ਢਿੱਡ ਵੀ ਲੱਗਾ, ਉਹਨੂੰ ਰੋਟੀ ਵੀ ਚਾਹੀਦੀ, ਉਹਨੇ ਵੀ ਆਪਣੀ ਕਮਾਈ ਕਰਨੀ, ਬੱਚੇ ਪਾਲਣੇ ਆ। ਤਾਂ ਕਿੰਨੇ ਸੇਵਾਦਾਰ ਨੇ, ਤਾਂ ਕਿੰਨੀ ਕਿੰਨੀ ਸੈਲਰੀ ਅਸੀਂ ਦੇਣੇ ਪਏ ਉਹਨਾਂ ਨੂੰ? ਦੇਖੋ, ਸਾਡੇ ਕੋਲ ਜਿਹੜੇ ਸੇਵਾਦਾਰ ਸਿਰਫ ਕੱਲੀ ਲੇਬਰ ਵਾਲਾ ਜਿਹੜਾ ਕੰਮ ਕਰਦੇ ਆ, ਉਹ ਤਕਰੀਬਨ ਸਾਡੇ ਕੋਲ 15 ਨੇ। ਉਦੋਂ ਉੱਤੇ ਸਾਡੇ ਕੋਲ ਮੈਨੇਜਰ ਹੈ, ਸਾਡੇ ਕੋਲ 2 ਗਾਰਡਸ ਨੇ, ਇੱਕ ਪੈਰਾਵੇਟ ਹੈ, ਇੱਕ ਡਾਕਟਰ ਹੈ, ਇੱਕ ਅਕਾਊਂਟੈਂਟ ਹੈ, ਇੱਕ ਸਾਡਾ ਹੈਲਪ ਕਰਦਾ ਡੋਨੇਸ਼ਨ ਬਾਕਸਿਸ ਦੇ ਇਕੱਠਾ ਕਰਨ ਦੇ ਵਿੱਚ। ਇਹ ਮੈਂ ਤੁਹਾਨੂੰ ਟੋਟਲ ਸਟਾਫ ਦੱਸਤਾ। ਜਿਹੜਾ ਸਭ ਤੋਂ ਘੱਟ ਸੈਲਰੀ ਜੇ ਆਪਾਂ ਕਿਸੇ ਨੂੰ ਦੇ ਰਹੇ ਹਾਂ ਤੇ ਉਹ 12,000 ਹੈ, ਜਿਹੜੇ ਵੀ ਸਾਡੇ ਸੇਵਾਦਾਰ ਨੇ। ਤੇ ਇਹਨਾਂ ਨੂੰ ਜੇ ਤੁਸੀਂ ਸਾਰੀ ਸੈਲਰੀ ਤੁਸੀਂ ਸਾਰਿਆਂ ਦੀ ਚੈੱਕ ਕਰੋਗੇ ਤਾਂ ਮਹੀਨੇ ਦੀ 2.5 ਲੱਖ ਰੁਪਏ ਦੇ ਕਰੀਬ ਤੇ ਅਸੀਂ ਸੈਲਰੀ ਪੇ ਕਰ ਰਹੇ ਹਾਂ, ਜਿੰਨੇ ਵੀ ਸਾਡੇ ਕੋਲ ਸਟਾਫ ਹੈ। ਅੱਛਾ, ਇਹ ਬਹੁਤ ਖੂਬਸੂਰਤ ਚੀਜ਼ ਬਣਾਈ ਹੈ। ਜਿਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਕਿ ਇਨਸਾਨ ਜਦੋਂ ਚੱਲ ਨਹੀਂ ਸਕਦਾ ਤਾਂ ਉਹਦੇ ਵਾਸਤੇ ਵੋਕਰ ਬਣਾਇਆ ਜਾਂਦਾ, ਇਹ ਸੇਮ ਇਸੇ ਤਰੀਕੇ ਨਾਲ ਬਣਾਇਆ ਗਿਆ। ਇਹ ਆਈਡੀਆ ਕਿੱਥੋਂ ਆਇਆ ਜਾਂ ਫਿਰ ਕਿਸ ਤਰੀਕੇ ਨਾਲ ਅਸੀਂ ਇਹਨੂੰ ਬਣਾਇਆ? ਇਹ ਸਾਡੇ ਡਾਕਟਰ ਨੇ, ਉਹਨਾਂ ਨੇ ਸਾਨੂੰ ਸੁਜੈਸਟ ਕੀਤਾ ਸੀ। ਮੇਰੇ ਦੋਸਤ ਨੇ ਆਰਕੀਟੈਕਟ ਪ੍ਰਿੰਸਪੁਰੀ ਜੀ, ਉਹਨਾਂ ਨੇ ਸਾਨੂੰ ਇਹ ਡੋਨੇਟ ਕੀਤਾ ਸੀਗਾ। ਬੇਸਿਕਲੀ ਜਦੋਂ ਗਾਂ ਬੈਠ ਜਾਂਦੀ ਹੈ, ਉਹਨਾਂ ਦਾ ਭਾਰ ਇੰਨਾ ਜ਼ਿਆਦਾ ਹੁੰਦਾ ਹੈ ਤੇ ਕਿ ਉਹਨਾਂ ਦੀ ਲੱਤਾਂ ਸੁੰਨ ਪੈ ਜਾਂਦੀਆਂ, ਖੂਨ ਜਿਹੜਾ ਉਹ ਵਰਕ ਨਹੀਂ ਕਰਦਾ ਜਾਂ ਅੱਗੇ ਨਹੀਂ ਜਾਂਦਾ, ਜਿਹਦੇ ਕਰਕੇ ਸੁੰਨ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਉੱਠਣਾ ਵੀ ਮੁਸ਼ਕਿਲ ਹੈ। ਇਹ ਵਾਕਰ ਆਪਾਂ ਬਣਾਇਆ, ਜਿਹੜੀ ਗਾਂ ਬਜ਼ੁਰਗ ਹੈ ਜਾਂ ਜਿਹਨੂੰ ਚੱਲਣ ਦੇ ਵਿੱਚ ਤਕਲੀਫ ਹੋ ਰਹੀ ਹੈ, ਇਹ ਪੱਟੇ ਦੇ ਰਾਹੀਂ, ਇਸ ਚੀਜ਼ ਦੇ ਰਾਹੀਂ, ਬਿਲਕੁਲ ਇਹ ਜਿਹੜੀ ਚੀਜ਼ ਤੁਸੀਂ ਵੀਲ ਦੇਖ ਰਹੇ ਹੋ, ਇਹਨੂੰ ਜਦੋਂ ਘੁਮਾਵਾਂਗੇ ਵੇਟ ਚੁੱਕ ਲੈਂਦਾ, ਗਾਂ ਉਠਾਈ ਵੀ ਜਾਂਦੀ ਹੈ ਇਹਦੇ ਨਾਲ। ਤੇ ਜਦੋਂ ਇਹਦੇ ਨਾਲ ਟਾਇਰਸ ਲੱਗੇ ਹੋਏ ਆ, ਜਦੋਂ ਤੁਸੀਂ ਟਾਇਰਸ ਨੂੰ ਧੱਕਾ ਦਿਓਗੇ ਤੇ ਅੱਗੇ ਚੱਲੇਗੀ, ਆਟੋਮੈਟਿਕਲੀ ਗਾਂ ਵੀ ਤੁਰਨਾ ਸ਼ੁਰੂ ਹੋਏਗੀ। ਜਿਹੜੀ ਗਾਂ ਤੁਰ ਰਹੀ ਹੈ ਨਾ, ਉਹਨੂੰ ਬਿਮਾਰੀਆਂ ਵੀ ਘੱਟ ਲੱਗਣਗੀਆਂ, ਉਹਦੀ ਰਿਕਵਰੀ ਵੀ ਫਾਸਟ ਹੋਏਗੀ। ਜਿਹੜੀ ਗਾਂ ਬਹਿ ਗਈ ਹੈ, ਉਹਦੀ ਰਿਕਵਰੀ ਵੀ ਸਲੋ ਹੋ ਜਾਏਗੀ, ਜਿਹੜੀ ਬਿਮਾਰੀ ਉਹਨੂੰ ਲੱਗੀ ਹੈ ਉਹ ਹੋਰ ਚਿਮੜੀ ਜਾਣਗੀਆਂ ਉਹਨੂੰ। ਅੱਛਾ, ਮੈਨੂੰ ਨਹੀਂ ਲੱਗਦਾ ਕਿ ਜਿਹੜੀ ਗਾਂ ਇਸ ਤਰ੍ਹਾਂ ਜਿਹਦਾ ਟ੍ਰੀਟਮੈਂਟ ਹੁੰਦਾ ਹੋਵੇ ਉਹ ਜ਼ਿਆਦਾ ਸਮਾਂ ਮਤਲਬ ਕਿ ਉਹਦੀਆਂ ਲੱਤਾਂ ਖਰਾਬ ਰਹਿਣ, ਬਹੁਤ ਜਲਦੀ ਫਰਕ ਪੈਂਦਾ ਹੋਣਾ ਇਹਨਾਂ ਨੂੰ। ਕਾਫੀ ਜਲਦੀ ਪੈਂਦਾ ਜੀ। ਇਹ ਤੇ ਗਾਂ ਟੂ ਗਾਂ ਵੀ ਡਿਪੈਂਡ ਕਰਦਾ, ਉਹਨਾਂ ਦੀ ਬੇਸਿਕਲੀ ਏਜ ਤੇ ਵੀ ਬਹੁਤ ਜ਼ਿਆਦਾ ਡਿਪੈਂਡ ਕਰਦਾ ਤੇ ਕਿਸ ਟਾਈਪ ਦੇ ਉਹਨਾਂ ਨੂੰ ਡਿਜ਼ੀਜ਼ ਹੈ ਜਾਂ ਕਿਸ ਟਾਈਪ ਦੀ ਸੱਟ ਲੱਗੀ ਹੈ। ਬਟ ਇਹ ਮਸ਼ੀਨ ਆਨ ਕਰਕੇ ਸਾਡਾ ਕੰਮ ਬਹੁਤ ਜ਼ਿਆਦਾ ਸੌਖਾ ਹੋ ਗਿਆ, ਕਿਉਂਕਿ ਪਹਿਲਾਂ ਵੀ ਇਹ ਗਾਂ ਨੂੰ ਤਰਾਉਣ ਦੀ ਕੋਸ਼ਿਸ਼ ਕਰਦੀ ਤੇ ਲੇਬਰ ਬਹੁਤ ਲੱਗਦੀ, ਹੁਣ ਇੱਕੋ ਬੰਦਾ ਇਹਨੂੰ ਚਲਾ ਸਕਦਾ। ਬਿਲਕੁਲ, ਅਸੀਂ ਅੰਦਰ ਚੱਲ ਕੇ ਨਾਲ ਦਿਖਾਉਂਦੇ ਹਾਂ। ਮੈਂ ਇੱਕ ਗੱਲ ਇੱਥੇ ਜਦੋਂ ਇੱਥੇ ਪਹੁੰਚਿਆ ਸੀ ਤਾਂ ਜਦੋਂ ਆਫ ਦਾ ਕੈਮਰਾ ਮੈਂ ਗੱਲ ਕੀਤੀ ਸੀ ਤੇ ਇਹਦੇ ਵਿੱਚ ਇਹ ਦੇਖਣ ਨੂੰ ਮਿਲਿਆ ਸੀ, ਸੁਣਨ ਨੂੰ ਮਿਲਿਆ ਸੀ ਕਿ ਮੇਲ ਵੱਖਰੇ ਤੇ ਫੀਮੇਲ ਵੱਖਰੇ। ਕਾਰਨ ਦੇਖੋ, ਮੇਲ ਤੇ ਫੀਮੇਲ ਜਦੋਂ ਤੁਸੀਂ ਇਕੱਠੇ ਰੱਖੋਗੇ ਤੇ ਫਰਦਰ ਪ੍ਰੋਡਕਸ਼ਨ ਹੋਏਗੀ। ਸਾਡਾ ਟੀਚਾ ਹੈ ਹੀ ਨਹੀਂ ਕਿ ਇੱਥੇ ਨਵੇਂ ਬੱਚੇ ਪੈਦਾ ਹੋਣ, ਕਿਉਂਕਿ ਵੈਸੀ ਸੜਕਾਂ ਦੇ ਵਿੱਚ ਬਹੁਤ ਜ਼ਿਆਦਾ ਰੁਲ ਰਹੇ। ਸਾਡਾ ਟੀਚਾ ਇਹ ਹੈ, ਜੇ ਕਿਸੇ ਵੀ ਕਾਰਨ ਵਰਸ਼ ਕਿਸੇ ਗਾਂ ਦੀ ਡੈਥ ਹੁੰਦੀ ਹੈ ਤੇ ਥਾਂ ਹੋਰ ਨਿਕਲਦੀ ਹੈ ਤੇ ਅਸੀਂ ਬਾਹਰੋਂ ਰੈਸਕਿਊ ਕਰਕੇ ਇੱਥੇ ਲੈ ਕੇ ਆਈਏ। ਅਸੀਂ ਫਰਦਰ ਪ੍ਰੋਡਕਸ਼ਨ ਨਹੀਂ ਕਰਨਾ ਚਾਹੁੰਦੇ। ਜੇ ਪ੍ਰੋਡਕਸ਼ਨ ਕਰਦੇ ਆ ਤੇ ਦੁੱਧ ਵੀ ਆਏਗਾ ਤੇ ਫਿਰ ਅਸੀਂ ਇੱਕ ਬਾਕੀ ਜਿਹੜੇ ਆਮ ਗਊਸ਼ਾਲਾ ਉਹ ਜੇ ਸਿਮਿਲਰ ਹੋ ਜਾਣਗੇ ਜਿਹੜੇ ਕਿ ਸਾਰੇ ਡੇਅਰੀ ਫਾਰਮ ਦਾ ਕੰਮ ਕਰ ਰਹੇ ਆ, ਅਸੀਂ ਉਹ ਕਰਨਾ ਹੀ ਨਹੀਂ ਚਾਹੁੰਦੇ। ਸਾਡਾ ਟੀਚਾ ਹੀ ਹੈ ਕਿ ਬਾਹਰੋਂ ਗਾਂ ਰੈਸਕਿਊ ਕਰਕੇ ਇੱਥੇ ਆਵੇ। ਅੱਛਾ ਜੀ, ਬੜੇ ਲੋਕ ਹੈਗੇ ਨੇ ਜਿਹੜੇ ਸੇਵਾ ਕਰਨਾ ਚਾਹੁੰਦੇ। ਅਸੀਂ ਖਰਚਾ ਵੀ ਪੁੱਛਾਂਗੇ, ਕਿਉਂਕਿ ਖਰਚਾ ਜਿਹੜਾ ਹੈਗਾ ਵਾ ਉਹ ਇਹਨਾਂ ਗਊਆਂ ਉੱਤੇ ਲੱਗਦਾ ਹੈ, ਉਹ ਕੋਈ ਆਪਣੀ ਜੇਬ 'ਚੋਂ ਨਹੀਂ ਪਾਏਗਾ। ਆਮ ਜਿਹੜੇ ਲੋਕ ਇਕੱਠੇ ਹੁੰਦੇ ਨੇ ਉਹ ਰਲ ਕੇ ਖਰਚਾ ਕਰਨ ਦੇ ਫਿਰ ਸ਼ਾਇਦ ਅਸੀਂ ਇੱਕ ਵੱਡੀ ਮੁਹਿੰਮ ਨੂੰ ਛੇੜ ਸਕਦੇ ਹਾਂ, ਜਿਹੜੀ ਤੁਸੀਂ ਸ਼ੁਰੂਆਤ ਕੀਤੀ ਆ। ਤਾਂ ਜੇਕਰ ਅਸੀਂ ਲੋਕਾਂ ਦੀ ਗੱਲ ਕਰੀਏ, ਲੋਕ ਪਹੁੰਚਣਾ ਚਾਹੁੰਦੇ ਹੋਣ, ਲੋਕ ਕਿਤੇ ਨਾ ਕਿਤੇ ਦਾਨ ਕਰਨਾ ਚਾਹੁੰਦੇ ਹੋਣ, ਤੇ ਉਹ ਕਿਸ ਤਰੀਕੇ ਨਾਲ ਕਰ ਸਕਦੇ? ਕਿ ਬਾਕਸ ਵਗੈਰਾ ਤੁਸੀਂ ਦੁਕਾਨਾਂ ਦੇ ਉੱਤੇ ਰੱਖਣੇ ਪਹੁੰਚਾਉਣੇ ਸ਼ੁਰੂ ਕੀਤੇ ਆ ਕੀ ਆ? ਸਾਡੇ ਕੋਲ ਡੋਨੇਸ਼ਨ ਬਾਕਸਿਸ ਬਣੇ ਹੋਏ ਹੈ। ਇਸ ਵੇਲੇ ਤਕਰੀਬਨ 280 ਨੇ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੱਗੇ ਹੋਏ। ਅਸੀਂ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਲਗਾਉਣਾ ਨਹੀਂ ਚਾਹੁੰਦੇ, ਕਿਉਂਕਿ ਸਾਡੇ ਕੋਲ ਬੰਦਾ ਨਹੀਂ ਜਿਹੜਾ ਬਾਹਰੋਂ ਉਧਰੋਂ ਕਲੈਕਸ਼ਨ ਕਰਕੇ ਲੈ ਕੇ ਆਏਗਾ। ਲੇਕਿਨ ਕੋਈ ਵੀ ਵਿਅਕਤੀ ਜਿਹਦੇ ਜੋ ਕਿਸੇ ਨੂੰ ਜਾਣਦਾ ਜਾਂ ਉਹਦੀ ਆਪਣੇ ਕੋਈ ਸ਼ੋਰੂਮ ਹੈ ਜਾਂ ਸ਼ਾਪ ਹੈ ਜਾਂ ਕੋਈ ਇੰਸਟੀਟਿਊਸ਼ਨ ਹੈ ਜਿੱਥੇ ਲੋਕ ਆਉਂਦੇ ਜਾਂਦੇ ਨੇ, ਜ਼ਿਆਦਾ ਆਵਾਜਾਈ ਹੈਗੀ ਹੈ, ਸਾਡੀ ਹੈਲਪ ਕਰਨ, ਅਸੀਂ ਉੱਥੇ ਡੋਨੇਸ਼ਨ ਬਾਕਸਿਸ ਲਗਾਉਣਾ ਚਾਹੁੰਦੇ ਹਾਂ। ਜਿਹੜਾ ਮੋਬਾਈਲ ਨੰਬਰ ਹੈ ਜਿੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਉਹ ਹੈ 9815251227 9815251227। ਇੱਥੇ ਤੁਸੀਂ ਕਾਲ ਕਰਕੇ ਸਾਡੀ ਹੈਲਪ ਕਰ ਸਕਦੇ ਹੋ ਕਿ ਤੁਸੀਂ ਸਾਨੂੰ ਦੱਸੋ ਕਿੱਥੇ ਡੋਨੇਸ਼ਨ ਬਾਕਸਿਸ ਲੱਗ ਸਕਦੇ। ਜੇ ਤੁਸੀਂ ਕੋਈ ਸ਼ਾਪ ਜਾਣਦੇ ਹੋ ਉੱਥੇ ਤੁਸੀਂ ਲਗਵਾਓ। ਸਾਡੇ 280 ਇਸ ਵੇਲੇ ਲੱਗੇ। ਸਾਡਾ ਟਾਰਗੇਟ ਹੈ 1000 ਡੋਨੇਸ਼ਨ ਬਾਕਸਿਸ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੱਗਾ ਹੋਣਾ ਚਾਹੀਦਾ। ਅੱਛਾ, ਖਰਚਾ ਸ਼ਾਇਦ ਮੈਂ ਪਹਿਲਾਂ ਨਹੀਂ ਸੀ ਪੁੱਛਿਆ, ਟੋਟਲ ਖਰਚਾ ਕਿੰਨਾ ਤੁਹਾਡਾ ਰੋਜ਼ ਦਾ ਆ ਜਾਂਦਾ ਜਾਂ ਮਹੀਨੇ ਦਾ ਕਿਸ ਤਰੀਕੇ ਨਾਲ ਖਰਚਾ ਆ ਜਾਂਦਾ ਹੈ? ਤੇ ਕੀ ਉਹਦੇ ਵਿੱਚੋਂ ਸਾਰਾ ਦਾ ਸਾਰਾ ਸਾਨੂੰ ਲੋਕ ਹੈਲਪ ਕਰ ਦਿੰਦੇ ਨੇ ਜਾਂ ਫਿਰ ਸਾਨੂੰ ਖੁਦ ਨੂੰ ਨਾਲ ਕਰਨਾ ਪੈ ਰਿਹਾ? ਦੇਖੋ, ਸਭ ਤੋਂ ਪਹਿਲੀ ਦੀ ਚੀਜ਼, ਇੱਕ ਗਾਂ ਦਾ ਇੱਕ ਦਿਨ ਦਾ ਖਰਚਾ ਸਿਰਫ 100 ਰੁਪਏ। ਜਿਹੜੀ ਕਿ ਗਾਵਾਂ ਨੇ ਸਾਡੀਆਂ, ਕਿਉਂਕਿ ਬਾਹਰੋਂ ਰੈਸਕਿਊ ਕੀਤੀਆਂ ਹੋਈਆਂ, ਇਹਨਾਂ ਦੇ ਸਟਮਕ ਦੇ ਵਿੱਚ ਬਹੁਤ ਜ਼ਿਆਦਾ ਪਲਾਸਟਿਕ ਹੈ, ਖਾਣਾ ਵੀ ਘੱਟ ਖਾਂਦੀਆਂ ਤੇ 300 ਗਾਵਾਂ ਦੇ ਪਿੱਛੇ ਇੱਕ ਦਿਨ ਦਾ ਸਾਡਾ ਖਰਚਾ 30,000 ਹੈ। ਇੱਕ ਮਹੀਨੇ ਦਾ ਸਾਡਾ ਖਰਚਾ 9 ਲੱਖ ਰੁਪਈਆ। ਇਹ ਸਾਰੇ ਜ਼ਰੂਰੀ ਗੱਲ ਹੈ, ਸਾਨੂੰ ਪੈਸੇ ਇਕੱਠੇ ਨਹੀਂ ਹੁੰਦੇ, ਬਟ
ਇਹ ਜਿਹੜੀ ਸਾਡੇ ਕੋਲ ਲੋਕ ਆ ਰਹੇ ਹੈਲਪ ਕਰ ਰਹੇ, ਹੌਲੀ ਹੌਲੀ ਸਾਡੀ ਡੋਨੇਸ਼ਨ ਵੀ ਵਧੀ ਕਿਉਂਕਿ ਲੋਕਾਂ ਨੂੰ ਪਤਾ ਲੱਗ ਰਿਹਾ ਇਸ ਗਊਸ਼ਾਲਾ ਦਾ। ਇਹ ਗਊਸ਼ਾਲਾ ਦੀ ਜੇ ਤੁਸੀਂ ਲੋਕੇਸ਼ਨ ਵੀ ਦੇਖੋਗੇ, ਨਾਰਾਇਣਗੜ੍ਹ ਦੇ ਵਿੱਚ ਛਾਟੇ ਤੋਂ ਅੱਗੇ ਆਲੇ ਦੁਆਲੇ ਕੋਈ ਬਹੁਤੀ ਪੋਪੂਲੇਸ਼ਨ ਨਹੀਂ ਹੈਗੀ, ਬਹੁਤੇ ਲੋਕਾਂ ਨੂੰ ਇਸ ਗਊਸ਼ਾਲਾ ਬਾਰੇ ਪਤਾ ਵੀ ਨਹੀਂ ਹੈਗਾ। ਉਹਦੇ ਕਰਕੇ ਸਾਨੂੰ ਹੌਲੀ ਹੌਲੀ ਟਾਈਮ ਲੱਗ ਰਿਹਾ, ਲੇਕਿਨ ਜਿਸ ਤਰ੍ਹਾਂ ਆਪਾਂ ਸ਼ੁਰੂ ਕੀਤਾ ਸੀ ਆਲਮੋਸਟ ਸਾਰੇ ਪੈਸੇ ਕੋਲੋਂ ਪਾਣੇ ਪੈਂਦੇ ਸੀ, ਹੁਣ ਬਹੁਤੇ ਪੈਸੇ ਸਾਨੂੰ ਬਾਹਰੋਂ ਇਕੱਠੇ ਵੀ ਹੋ ਰਹੇ, ਲੋਕ ਸਾਨੂੰ ਡੋਨੇਟ ਵੀ ਕਰ ਰਹੇ, ਸਾਡਾ ਕੰਮ ਲਾਈਕ ਵੀ ਕਰ ਰਹੇ। ਕੰਨਾਂ ਦੇ ਵਿੱਚ ਜਿਹੜੇ ਆ ਟੋਕਨ ਲਗਾਏ ਗਏ, ਇਹਦਾ ਕੀ ਮਤਲਬ ਹੁੰਦਾ? ਦੋ ਟਾਈਪ ਦੇ ਤੁਹਾਨੂੰ ਕਲਰ ਦਿਖਣਗੇ, ਇੱਕ ਔਰੇਂਜ ਇੱਕ ਗ੍ਰੀਨ। ਗ੍ਰੀਨ ਫੀਮੇਲ ਗਾਂ ਨੂੰ ਲਗਾਇਆ ਗਿਆ, ਜਿਹੜਾ ਔਰੇਂਜ ਹੈ ਉਹ ਮੇਲ ਗਾਂ ਨੂੰ ਲਗਾਇਆ ਗਿਆ। ਇਹਦੇ ਦੇ ਵਿੱਚ ਯੂਨੀਕ ਨੰਬਰ ਵੀ ਤੁਹਾਨੂੰ ਦਿਖੇਗਾ। ਉਹ ਯੂਨੀਕ ਨੰਬਰ ਇਸ ਕਰਕੇ ਦਿੱਤਾ ਜਾਂਦਾ ਹੈ ਜਦੋਂ ਕੋਈ ਵੀ ਗਾਂ ਬਿਮਾਰ ਹੈ ਤੇ ਸਾਨੂੰ ਉਹ ਨੰਬਰ ਤੋਂ ਆਇਡੈਂਟੀਫਾਈ ਹੋ ਜਾਂਦਾ ਹੈ ਕਿ ਗਾਂ ਬਿਮਾਰ ਚੱਲ ਰਹੀ ਹੈ ਤੇ ਇਹਦਾ ਇਲਾਜ ਚੱਲ ਰਿਹਾ, ਬਿਕੋਜ਼ ਦੇਖਣ ਸਾਰੇ ਸਿਮਿਲਰ ਨੇ। 300 ਦੇ ਵਿੱਚ ਕੋਈ ਵੀ ਕਿਤੇ ਵੀ ਗਵਾਚ ਸਕਦਾ ਤੇ ਜਿਸ ਤਰ੍ਹਾਂ ਅਸੀਂ ਨਾਮ ਦੇ ਕੇ ਇੱਕ ਦੂਜੇ ਨੂੰ ਪੁਕਾਰ ਸਕਦੇ ਹਾਂ, ਅਸੀਂ ਇਹਨਾਂ ਦੇ ਨੰਬਰ ਦੇ ਨਾਲ ਇਹਨਾਂ ਨੂੰ ਆਇਡੈਂਟੀਫਾਈ ਕਰਕੇ ਤੇ ਇਹਨਾਂ ਦੀ ਅੱਗੇ ਜਿਹੜੀ ਵੀ ਮੈਡੀਕਲ ਕੇਅਰ ਹੈ ਪੂਰੀ ਕਰਦੇ ਹਾਂ। ਤੁਸੀਂ ਦੇਖੋਗੇ ਸਾਰੀ ਗਾਵਾਂ 100% ਟੈਗ ਨੇ, ਕੋਈ ਬਾਹਰ ਕਿਸੇ ਗਊਸ਼ਾਲਾ ਟੈਗਿੰਗ ਵੀ ਨਹੀਂ ਕਰਦਾ, ਜਿਹੜੀ ਕਿ ਅਸੀਂ ਇੱਥੇ ਕਰ ਰਹੇ ਹਾਂ। ਅੱਛਾ, ਗਰਮੀਆਂ ਹੁਣ ਗਰਮੀਆਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ। ਗਰਮੀ ਦੇ ਵਿੱਚ ਬਹੁਤ ਦਿੱਕਤ ਹੁੰਦੀ ਹੈ ਜਦੋਂ ਇਸ ਤਰ੍ਹਾਂ ਅਸੀਂ ਗਊਆਂ ਨੂੰ ਰੱਖਿਆ ਹੋਵੇ ਵੱਡੀ ਗਿਣਤੀ ਵਿੱਚ। ਤੇ ਗਰਮੀ ਵਾਸਤੇ ਕੀ ਪ੍ਰਬੰਧ ਕੀਤੇ ਗਏ ਨੇ? ਕਿੰਨੇ ਪੱਖੇ ਲੱਗੇ ਨੇ? ਹੋਰ ਕੀ ਕੀ ਅਸੀਂ ਚਾਹੁੰਦੇ ਹਾਂ? 3 ਚੀਜ਼ਾਂ ਨੇ। ਸਭ ਤੋਂ ਪਹਿਲੀ ਚੀਜ਼ ਹੈ, ਤੁਸੀਂ ਪੱਖੇ ਦੀ ਤੁਸੀਂ ਗੱਲ ਹੀ ਕਰ ਲਈ, ਪੱਖੇ ਸਾਡੇ ਕੋਲ ਘੱਟ ਨੇ, ਗਰਮੀਆਂ ਆ ਰਹੀਆਂ, ਇਹੀ ਜ਼ਰੂਰੀ ਗੱਲ ਹੈ ਪੱਖੇ ਵਧਾਵਾਂਗੇ। ਕਈਆਂ ਦੀ ਸਰਵਿਸਿਜ਼ ਦੀ ਵੀ ਲੋੜ ਹੈ, ਸਰਵਿਸਿੰਗ ਆਪਾਂ ਕਰਾਵਾਂਗੇ। ਪਿੱਛੇ ਸਾਡੇ ਕੋਲ ਪੱਖੇ ਲੱਗੇ ਹੀ ਨਹੀਂ ਹੋਏ, ਉਹ ਬੇਸਿਕਲੀ ਕਾਰਪੋਰੇਸ਼ਨ ਨੇ ਸ਼ੈੱਡ ਬਣਾਇਆ ਸੀ ਤੇ ਪੱਖੇ ਲਗਾਉਣਾ ਹੀ ਉਹ ਭੁੱਲ ਗਏ। ਅਸੀਂ ਉਹਨਾਂ ਨੂੰ ਡਿਮਾਂਡ ਕੀਤੀ ਹੈ, ਰਿਕੁਐਸਟ ਵੀ ਕੀਤੀ ਹੈ ਕਿ ਜਿਹੜਾ ਕੰਮ ਹੈ ਘੱਟੋ ਘੱਟ ਉਹ ਤੇ ਪੂਰਾ ਕਰ ਜਾਓ, ਹਜੇ ਤੱਕ ਉਹਨਾਂ ਨੇ ਕੀਤਾ ਨਹੀਂ ਹੈਗਾ। ਤੇ ਪਹਿਲੀ ਚੀਜ਼ ਹੋ ਗਈ ਪੱਖੇ। ਦੂਜੀ ਚੀਜ਼ ਹੋ ਗਈ ਗਾਵਾਂ ਤੇ ਪਾਣੀ ਪਾਣਾ। ਅਸੀਂ ਅੱਜ ਵੀ ਇਹਨਾਂ ਨੂੰ ਦਿਨ ਦੇ ਵਿੱਚ ਇੱਕ ਵਾਰੀ ਪਾਣੀ ਇਹਨਾਂ ਸਾਰਿਆਂ ਤੇ ਪਾਉਂਦੇ ਹਾਂ, ਨਹਾਤੇ ਵੀ ਜਾਂਦੇ ਤੇ ਥੋੜ੍ਹਾ ਥੋੜ੍ਹਾ ਟੈਂਪਰੇਚਰ ਵੀ ਇਹਨਾਂ ਦਾ ਡਾਊਨ ਰਹਿੰਦਾ। ਬਟ ਜਦੋਂ ਗਰਮੀ ਵਧੇਗੀ ਅਸੀਂ 2 ਵਾਰੀ ਨਹਾਵਾਂਗੇ। ਤੀਜੀ ਚੀਜ਼, ਇਹਨੂੰ ਬਾਹਰ ਦਾਣੇ ਨਾਲ ਕਵਰ ਕਰਕੇ, ਇਹਨੂੰ ਪਾਣੀ ਜਦੋਂ ਬਾਹਰ ਦਾਣੇ ਤੇ ਤੁਸੀਂ ਪਾਓਗੇ ਗਿੱਲਾ ਹੋ ਜਾਂਦਾ ਤੇ ਉਹਦੇ ਕਰਕੇ ਵੀ ਅੰਦਰ ਜਿਹੜਾ ਟੈਂਪਰੇਚਰ ਹੈ ਬੜੇ ਵਧੀਆ ਤਰੀਕੇ ਮੇਨਟੇਨ ਕੀਤਾ ਜਾਂਦਾ। ਜਿਹੜੀ ਧੁੱਪ ਹੈ ਬਾਹਰੋਂ ਸਿੱਧੀ ਨਹੀਂ ਲੱਗਦੀ। ਤੁਸੀਂ ਉੱਪਰੋਂ ਵੀ ਦੇਖੋ ਕਵਰਡ ਹੈ, ਅਸੀਂ ਸਾਈਡ ਤੋਂ ਵੀ ਕਵਰਡ ਕਰ ਦਾਂਗੇ, ਉੱਤੇ ਪਾਣੀ ਵੀ ਪਾ ਦਾਂਗੇ। ਜਦੋਂ ਹਵਾ ਚੱਲਦੀ ਕੂਲਰ ਹੁੰਦਾ ਜਿਸ ਤਰ੍ਹਾਂ, ਉਹੋ ਜਿਹਾ ਕੰਮ ਕਰਦੀ ਹੈ। ਬਿਜਲੀ ਦਾ ਬਿੱਲ ਦਾ ਫਿਰ ਕਿਸ ਤਰੀਕੇ ਨਾਲ ਗਊਸ਼ਾਲਾ ਵੱਲੋਂ ਕੀਤਾ ਜਾਂਦਾ ਹੈ? ਫਿਰ ਸਰਕਾਰ ਵੱਲੋਂ ਕੋਈ ਸਾਨੂੰ ਰਾਹਤ ਦਿੱਤੀ ਗਈ ਬਿਜਲੀ ਬਿੱਲ? ਦੇਖੋ, ਸਾਨੂੰ ਬਿਜਲੀ ਦਾ ਬਿੱਲ ਆਇਆ, ਲੇਕਿਨ ਅਸੀਂ ਕਾਰਪੋਰੇਸ਼ਨ ਨੂੰ ਵੀ ਰਿਕੁਐਸਟ ਕੀਤੀ ਹੈ ਕਿ ਗਊਸ਼ਾਲਾ ਨੂੰ ਬਿਜਲੀ ਦਾ ਬਿੱਲ ਮਾਫ ਹੈ। ਬਟ ਸਾਨੂੰ ਚਲੋ ਕਾਰਪੋਰੇਸ਼ਨ ਨੇ ਫਿਰ ਵੀ ਬਿਜਲੀ ਦਾ ਬਿੱਲ ਭੇਜਤਾ ਹੈ, ਇਹਨੂੰ ਰਿਕੁਐਸਟ ਵੀ ਕੀਤੀ ਹੈ। ਮੈਨੂੰ ਪਤਾ ਨਹੀਂ ਕਦੋਂ ਤੱਕ ਜਾਂਦਾ ਹੈ, ਬਟ ਇਸ ਵੇਲੇ ਸਾਨੂੰ 70,000 ਦਾ ਬਿੱਲ ਆਇਆ ਦਾ, ਜਿਹੜਾ ਕਿ ਉੱਤੇ ਕੋਈ ਜੁਰਮਾਨੇ ਵੀ ਲੱਗੇ ਕਿਉਂਕਿ ਉਹਨਾਂ ਨੇ ਟਾਈਮ ਸਿਰ ਪੇ ਨਹੀਂ ਕੀਤਾ। ਤੇ ਹੋ ਸਕਦਾ 2 ਜਾਂ 3 ਮਹੀਨੇ ਦਾ ਹੋਵੇ, ਮੈਂ ਵੀ ਪ੍ਰੋਪਰਲੀ ਅਜੇ ਬਿੱਲ ਦੇਖਿਆ ਨਹੀਂ ਹੈ। ਬਟ ਹਾਂ, ਮੈਂ ਜੋ ਸੁਣਿਆ ਬਾਕੀ ਗਊਸ਼ਾਲਾ ਤੋਂ ਵੀ, ਇਹ ਪਿਛਲੀ ਸਰਕਾਰ ਨੇ 2018 ਦੇ ਵਿੱਚ ਗਊਸ਼ਾਲਾ ਨੂੰ ਬਿਜਲੀ ਦੇ ਬਿੱਲ ਮਾਫ ਕਰਤੇ ਹੈਗੇ ਕਿਉਂਕਿ ਤੁਹਾਨੂੰ ਪਤਾ ਹੈ ਕਾਊਸੈਸ ਬਹੁਤ ਜ਼ਿਆਦਾ ਇਕੱਠਾ ਹੋ ਰਿਹਾ। ਜੇ ਉਹ ਤਰੀਕੇ ਨਾਲ ਯੂਜ਼ ਕੀਤਾ ਜਾਏ ਤੇ ਸ਼ਹਿਰ ਦੇ ਵਿੱਚ ਕੋਈ ਗਾਂ ਤੁਹਾਨੂੰ ਦਿਖੇਗੀ ਨਹੀਂ ਜਿਹੜੀ ਰੁਲਦੀ ਪਈ ਹੈ। ਬਿਲਕੁਲ ਸਹੀ ਗੱਲ ਹੈ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਜੇਕਰ ਖਾਸ ਤਰੀਕੇ ਨਾਲ ਉਹਦਾ ਇਸਤੇਮਾਲ ਕੀਤਾ ਜਾਏ ਕਾਊਸੈਕਸ ਦਾ, ਤਾਂ ਫਿਰ ਵੱਡੀ ਅਸੀਂ ਉਪਲਬਧੀ ਕਹਿ ਸਕਦੇ ਪੰਜਾਬ ਵਾਸਤੇ। ਜਿਸ ਤਰ੍ਹਾਂ ਗਊਆਂ ਬਾਹਰ ਰੁਲਦੀਆਂ ਪਈਆਂ ਨੇ, ਤਾਂ ਐਸੀ ਕੋਈ ਚੀਜ਼ ਨਹੀਂ ਹੈ। ਜ਼ਿਆਦਾਤਰ ਅਸੀਂ 70% ਕਹਿ ਸਕਦੇ ਹਾਂ ਜਿੱਥੇ ਕਾਊਸੈਕਸ ਨਾਲ। ਦੇਖੋ ਕਿਹੜੀ ਚੀਜ਼ਾਂ ਤੇ ਕਾਊਸੈਸ ਲੱਗਾ ਜਾਂ ਨਹੀਂ ਲੱਗਾ ਮੈਨੂੰ ਉਹਨਾਂ ਮੇਨ ਤੇ ਨਹੀਂ ਪਤਾ, ਬਟ ਹਾਂ ਤੁਸੀਂ ਪੈਟਰੋਲ ਪਵਾਉਂਦੇ ਹੋ, ਤੁਸੀਂ ਡੀਜ਼ਲ ਪਵਾਉਂਦੇ ਹੋ, ਉਹਦੇ 'ਚ ਕਾਊਸੈਸ ਲੱਗਾ। ਤੁਸੀਂ ਬਿਜਲੀ ਦਾ ਬਿੱਲ ਪੇ ਕਰਦੇ ਹੋ, ਉਹਦੇ 'ਚ ਲੱਗਾ। ਤੁਸੀਂ ਗੱਡੀ ਲੈ ਲਓ, ਤੁਸੀਂ ਬਾਈਕ ਲੈ ਲਓ, ਉਹਦੇ 'ਚ ਵੀ ਕਾਊਸੈਸ ਹੈ। ਹੋਰ ਵੀ ਬਹੁਤੀ ਚੀਜ਼ਾਂ 'ਚ ਲੱਗਾ ਹੋਏਗਾ। ਜਿੰਨਾ ਮੈਨੂੰ ਪਤਾ ਹੈ, ਸ਼ਾਇਦ ਮੈਂ ਹੋ ਸਕਦਾ ਗਲਤ ਹੋਵਾਂ, ਅੰਮ੍ਰਿਤਸਰ ਕਾਰਪੋਰੇਸ਼ਨ ਕੋਲ ਹੀ ਇਕੱਲਾ 20 ਕਰੋੜ ਰੁਪਇਆ ਪਿਆ ਕਾਊਸੈਸ ਦੇ ਵਿੱਚ। ਇਹ ਜ਼ਮੀਨ ਦੇ ਵਿੱਚ ਵੀ ਜਿਹੜੀ ਕੰਸਟਰਕਸ਼ਨ ਕਰਾਈ ਹੈ ਉਹਨਾਂ ਨੇ ਉਹਦੇ ਥਰੂ ਕਰਾਈ ਹੈ। ਸਾਡੇ ਜਿਹੜੇ ਮੇਅਰ ਨੇ ਕਰਮਜੀਤ ਸਿੰਘ ਰਿੰਟੂ, ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੀ। ਮੇਰੇ ਖਿਆਲ ਪੂਰੇ ਪੰਜਾਬ 'ਚ ਪਹਿਲੀ ਗਊਸ਼ਾਲਾ ਜਿਹੜੀ ਕਾਰਪੋਰੇਸ਼ਨ ਨੇ ਬਣਾਈ ਹੈ। ਕਈ ਤਾਂ ਸੋਚਦੇ ਵੀ ਨਹੀਂ ਤੇ ਉਹ ਆਪਣੇ ਟਰਮ ਦੇ ਵਿੱਚ ਸੋਚ ਕੇ ਬਣਾ ਕੇ ਡਿਲੀਵਰ ਕਰਕੇ ਚੱਲ ਗਏ। ਸਾਡੇ ਵਾਸਤੇ ਉਹੀ ਬੜੀ ਵੱਡੀ ਗੱਲ ਹੈ। ਹਾਂ, ਲੇਕਿਨ ਐਕਚੁਅਲੀ ਕਾਊਸੈਸ ਜਿੰਨਾ ਕਿੰਨਾ ਕੋਲ ਪਿਆ, ਜੇ ਹੋਰ ਤਰੀਕੇ ਨਾਲ ਜਾਂ ਕੋਈ ਡੈਡੀਕੇਟਿਡ ਬੰਦਾ ਵੀ ਇੱਥੇ ਲਗਾਉਣ ਤੇ ਸ਼ਹਿਰ 'ਚ ਕੋਈ ਗਾਂ ਤੁਹਾਨੂੰ ਵਾਰਾ ਨਹੀਂ ਦਿਖੇਗੀ, ਜਿਹੜੀ ਕਿ ਹਜੇ ਵੀ ਤੁਹਾਨੂੰ ਬਹੁਤ ਜ਼ਿਆਦਾ ਦਿਖਦੀ ਹੈ। ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ, ਜਦੋਂ ਮੈਂ ਪਹਿਲਾਂ ਇੱਕ ਵਾਰ ਆਇਆ ਸੀ ਤਾਂ ਉਦੋਂ ਇੱਕ ਪਲਾਨ ਕੀਤਾ ਜਾ ਰਿਹਾ ਸੀ ਤੁਹਾਡੇ ਵੱਲੋਂ ਕਿ ਗਊਆਂ ਨੂੰ ਨਵਾਇਆ ਕਿਸ ਤਰ੍ਹਾਂ ਜਾਣਾ, ਉਹਦੇ ਵਾਸਤੇ ਇੱਕ ਖਾਸ ਪ੍ਰਬੰਧ ਕਰਨ ਦੀ ਤਿਆਰੀਆਂ ਸੀ। ਉਹ ਸਿਰੇ ਚੜਿਆ ਜਾਂ ਫਿਰ ਚੜਾਉਣ ਦੀਆਂ ਤਿਆਰੀਆਂ ਸੀ? ਅਜੇ ਤੱਕ ਨਹੀਂ ਚੜਿਆ। ਅਸੀਂ ਰਿਕੁਐਸਟ ਹੀ ਕਰਦੇ ਹਾਂ, ਜਿੰਨੀ ਵਾਰੀ ਸਾਨੂੰ ਮਿਲਦਾ ਹੈ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ। ਬੇਸਿਕਲੀ ਅਸੀਂ ਚਾਹੁੰਦੇ ਹਾਂ ਕਿ ਇੱਕ ਸ਼ਾਵਰ ਏਰੀਆ ਬਣ ਜਾਏ। ਉਹ ਇਸ ਤਰ੍ਹਾਂ ਕਵਰਡ ਹੋਏਗਾ, ਚਾਰੋਂ ਪਾਸੇ ਉਹਦੇ ਸ਼ਾਵਰ ਲੱਗੇ ਹੋਣਗੇ ਤੇ ਇੱਕ ਗਾਂ ਇੱਕ ਸਾਈਡ ਤੋਂ ਜਾਏਗੀ। ਜਦੋਂ ਦੂਜੇ ਬਾਹਰੋਂ ਕੋਈ ਗੱਡੀਆਂ ਧੋਣ ਵਾਸਤੇ ਮਸ਼ੀਨ ਲੱਗੀ ਹੁੰਦੀ, ਜਿਵੇਂ ਗੱਡੀ ਵਿੱਚੋਂ ਨਿਕਲ ਜਾਂਦੀ, ਚਾਰੋਂ ਪਾਸੇ ਉਹ ਗੱਡੀ ਸਾਫ਼ ਹੋਈ, ਸੇਮ ਉਸੇ ਤਰੀਕੇ ਨਾਲ ਅਸੀਂ ਸੋਚ ਕੇ ਬੈਠੇ। ਬਿਲਕੁਲ ਅਸੀਂ ਆਪਣੇ ਵੱਲੋਂ ਟਰਾਈ ਕਰਦੇ ਹਾਂ ਕਿ ਬੈਸਟ ਚੀਜ਼ ਅਸੀਂ ਬਣਾਈਏ। ਇੱਕ ਗਊਸ਼ਾਲਾ ਦੇ ਵਿੱਚ ਅਸੀਂ ਦੇਖਿਆ ਵੀ ਸੀਗਾ ਲੁਧਿਆਣੇ। ਸਾਡੀ ਕੋਸ਼ਿਸ਼, ਸਾਡੇ ਕੋਲ ਇੱਥੇ ਕੁਝ ਥਾਂ ਅਵੇਲੇਬਲ ਹੈ ਜਿੱਥੇ ਅਸੀਂ ਉਹ ਬਣਾਉਣਾ ਚਾਹੁੰਦੇ ਹਾਂ। ਜੇ ਕਾਰਪੋਰੇਸ਼ਨ ਨੇ ਹੈਲਪ ਕੀਤੀ ਅਸੀਂ ਜ਼ਰੂਰ ਬਣਾਵਾਂਗੇ। ਹੋਰ ਜੇਕਰ ਅਸੀਂ ਬਾਕੀ ਲੋਕਾਂ ਦੀ ਜਿਹੜੀ ਗੱਲ ਕਰੀਏ, ਕਈ ਲੋਕ ਬਾਹਰੋਂ ਸਿਰਫ ਕੰਟੈਕਟ ਕਰ ਸਕਦੇ ਆ ਕਿਉਂਕਿ ਕਈ ਲੋਕ ਇੱਥੇ ਸੇਵਾ ਭੇਜਣਾ ਚਾਹੁੰਦੇ ਨੇ ਪਰ ਉਹ ਆ ਹੀ ਨਹੀਂ ਸਕਦੇ। ਜਿਸ ਤਰ੍ਹਾਂ ਬਾਹਰ ਦੇ ਦੇਸ਼ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਰਹਿੰਦੇ ਨੇ, ਉਹਨਾਂ ਵਾਸਤੇ ਇਹ ਜਿਹੜਾ ਨੰਬਰ ਤੁਸੀਂ ਜਾਰੀ ਕੀਤਾ ਸਿਰਫ ਉਹਦੇ ਉੱਤੇ ਕੰਟੈਕਟ ਕਰ ਸਕਦੇ ਨੇ ਜਾਂ ਫਿਰ ਕਿਸ ਤਰੀਕੇ ਦੇ?
ਮੈਂ ਜੇ ਤੁਹਾਨੂੰ ਜੈਨੂਇਨਲੀ ਗੱਲ ਦੱਸਾਂ ਤੇ ਸਾਡੇ ਕੋਲ FCRA ਸਰਟੀਫਿਕੇਟ ਨਾ ਹੀ ਹੈਗਾ, ਨਾ ਅਸੀਂ ਲੈਣਾ ਚਾਹੁੰਦੇ ਹਾਂ, ਕਿਉਂਕਿ ਬਾਹਰੋਂ ਕਦੀ ਕਦਾਰ ਪਤਾ ਨਹੀਂ ਲੱਗਦਾ ਕਿੱਧਰੋਂ ਡੋਨੇਸ਼ਨ ਆ ਗਈ, ਫਿਰ ਕੋਈ ਨਾ ਕੋਈ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੁਹਾਡੇ ਪਿੱਛੇ ਪੈ ਜਾਣ। FCRA ਸਰਟੀਫਿਕੇਟ ਨਾ ਹੋਣ ਕਰਕੇ ਜਿਹੜਾ ਵੀ ਕੋਈ ਰੈਜ਼ੀਡੈਂਟ ਨਹੀਂ ਹੈਗਾ ਇੰਡੀਆ ਦਾ ਜਾਂ ਇੰਡੀਅਨ ਸਿਟੀਜ਼ਨ ਨਹੀਂ ਹੈਗਾ, ਅਸੀਂ ਉਹਨਾਂ ਤੋਂ ਨਾ ਡੋਨੇਸ਼ਨ ਲੈ ਸਕਦੇ ਹਾਂ, ਨਾ ਹੀ ਹਾਂ ਉਹ ਆ ਕੇ ਡੋਨੇਸ਼ਨ ਬਾਕਸ ਦੇ ਵਿੱਚ ਜ਼ਰੂਰ ਪਾ ਸਕਦੇ, ਬਟ ਅਸੀਂ ਉਹਨਾਂ ਤੋਂ ਲੈਂਦੇ ਨਹੀਂ ਡੋਨੇਸ਼ਨ। ਲੈਂਦੇ ਨਹੀਂ ਆ। ਤਾਂ ਜੇਕਰ ਹੋਰ ਕੋਈ ਮੈਸੇਜ ਤੁਸੀਂ ਦੇਣਾ ਚਾਹੁੰਦੇ ਦਰਸ਼ਕਾਂ ਨੂੰ, ਕਿਉਂਕਿ ਦਰਸ਼ਕ ਬਹੁਤ, ਮੈਨੂੰ ਲੱਗਦਾ ਪਿਆ ਇਹ ਰਿਪੋਰਟ ਦੇਖਣ ਤੋਂ ਬਾਅਦ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਵਾਕਈ ਕੁਝ ਇਸ ਤਰ੍ਹਾਂ ਦੇ ਇਨਸਾਨ ਵੀ ਹੈਗੇ ਨੇ ਜਿਹੜੇ ਮਦਦ ਕਰਦੇ ਪਏ ਨੇ, ਉਹਨਾਂ ਨੂੰ ਕੀ ਅਸੀਂ ਆਮ ਬੰਦੇ ਨੂੰ? ਦੇਖੋ ਮੈਂ ਫਿਰ ਤੁਹਾਨੂੰ ਕਹਿ ਰਿਹਾ, ਸਾਡੇ 3-4 ਚੀਜ਼ਾਂ ਨੇ ਜਿਹਦੇ ਥਰੂ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ। ਸਾਡੇ ਕੋਲ ਸਾਰੇ ਸਰਟੀਫਿਕੇਟਸ ਨੇ, ਸਾਡੇ ਕੋਲ ATG ਸਰਟੀਫਿਕੇਟ ਹੈ, 12ਵੇਂ ਸਰਟੀਫਿਕੇਟ ਹੈ, ਸਾਡੇ ਕੋਲ ਦਰਪਨ ਪੋਰਟਲ ਦੀ ਰਜਿਸਟ੍ਰੇਸ਼ਨ ਹੈ, ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਵਾਸਤੇ ਅਸੀਂ ਅਪਲਾਈ ਕੀਤਾ ਹੈ, ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਡੇ ਕੋਲ ਰਜਿਸਟ੍ਰੇਸ਼ਨ ਹੈ, ਨੀਤੀ ਆਯੋਗ ਦੇ ਵਿੱਚ ਅਸੀਂ ਰਜਿਸਟਰਡ ਹਾਂ। ਇੱਕ ਆਮ ਗਊਸ਼ਾਲਾ ਦੇ ਵਿੱਚ ਤੁਹਾਨੂੰ ਇਹ ਸਭ ਨਹੀਂ ਦਿਖੇਗਾ, ਕਿਉਂਕਿ ਅਸੀਂ ਜੈਨੂਇਨ ਕੰਮ ਕਰ ਰਹੇ ਹਾਂ। ਅਸੀਂ ਸਾਰੀ ਥਾਵਾਂ ਤੇ ਅਪਲਾਈ ਕੀਤਾ, ਜਿੱਧਰੋਂ ਸਾਨੂੰ ਰੈਕਗਨੀਸ਼ਨ ਜਾਂ ਰਜਿਸਟ੍ਰੇਸ਼ਨ ਮਿਲ ਗਈ। ਜਿੱਥੋਂ ਨਹੀਂ ਮਿਲੀ ਅਸੀਂ ਉਹਨਾਂ ਦੇ ਪਿੱਛੇ ਅਜੇ ਵੀ ਲੱਗਿਆ ਕਿ ਕੀ ਰੀਜ਼ਨ ਹੈ ਜਿਹਦੇ ਕਰਕੇ ਤੁਸੀਂ ਸਾਨੂੰ ਨਹੀਂ ਦੇ ਰਹੇ। ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਥੋੜਾ ਸਲੋ ਚੱਲ ਰਿਹਾ, ਬਟ ਜਦੋਂ ਸਾਨੂੰ ਮਿਲੇਗੀ ਸਾਨੂੰ ਉਹਦੇ ਕਰਕੇ ਵੀ ਹੈਲਪ ਹੋਏਗੀ। ਨੈਕਸਟ ਚੀਜ਼ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ, ਸਾਡਾ ਮੋਬਾਈਲ ਨੰਬਰ ਹੈ 9815251227। ਇਹ ਮੋਹਿਤ ਜੀ ਜਿਹੜੇ ਮੇਨ ਸਾਡੇ ਮੈਨੇਜਰ ਨੇ, ਉਹਨਾਂ ਕੋਲ ਹੁੰਦਾ ਹੈ ਮੋਬਾਈਲ ਨੰਬਰ। ਤੁਸੀਂ ਉਹਨਾਂ ਨੂੰ ਕਾਲ ਕਰਕੇ ਤੁਸੀਂ ਸਾਡੀ ਗਊਸ਼ਾਲਾ, ਉਹ ਤੁਹਾਨੂੰ ਪ੍ਰੋਪਰ ਟੂਰ ਦੇਵਾਂਗੇ। ਸਾਨੂੰ ਬੜਾ ਸ਼ੌਂਕ ਹੈ ਕਿਉਂਕਿ ਅਸੀਂ ਬੜੇ ਦਿਲ ਨਾਲ ਚਲਾ ਰਹੇ ਹਾਂ। ਕੋਈ ਵੀ ਆਵੇ ਅਸੀਂ ਉਹਨਾਂ ਨੂੰ A to Z ਗਾਈਡ ਕਰਦੇ ਹਾਂ, ਇੱਕ ਗਊਸ਼ਾਲਾ ਕਿਸ ਤਰ੍ਹਾਂ ਚੱਲਣੀ ਚਾਹੀਦੀ ਹੈ, ਅਸੀਂ ਕਿਸ ਤਰ੍ਹਾਂ ਚਲਾ ਰਹੇ ਹਾਂ, ਤੇ ਕਿਸ ਤਰ੍ਹਾਂ ਅਸੀਂ ਪੂਰੇ ਜਿੰਨੀ ਵੀ ਗਊਸ਼ਾਲਾ ਤੁਸੀਂ ਅੱਜ ਤੱਕ ਗਏ ਹੋ ਉਹਨਾਂ ਤੋਂ ਕਿਸ ਤਰ੍ਹਾਂ ਹੀ ਵੱਖਰੀ ਚਲਾ ਰਹੇ ਹਾਂ ਵਾਲੀ ਗਊਸ਼ਾਲਾ। ਤੇ ਇਹ ਨੰਬਰ ਹੈ, ਜੇ ਥਰੂ ਕੰਟੈਕਟ ਕਰ ਸਕਦੇ ਹੋ। ਇੱਕ ਸਾਡੀ ਹੈਗੀ ਹੈ ਕਾਮਧੇਨੂ gaudham.org, KAMDHENU GAUDHAM.org। ਇਹ ਸਾਡੀ ਵੈਬਸਾਈਟ ਹੈ। ਇੱਥੇ ਸਾਡਾ ਡੋਨੇਸ਼ਨ ਲਿੰਕ ਵੀ ਲੱਗਾ ਹੋਇਆ। ਹੋਰ ਵੀ ਜਿਹੜੀ ਕੋਈ ਇਨਫੋਰਮੇਸ਼ਨ ਤੁਸੀਂ ਲੈਣਾ ਚਾਹੁੰਦੇ ਹੋ ਵੈਬਸਾਈਟ ਤੇ ਅਵੇਲੇਬਲ ਹੈ, ਉਹਦੇ ਥਰੂ ਤੁਸੀਂ ਸਾਨੂੰ ਡੋਨੇਟ ਵੀ ਕਰ ਸਕਦੇ ਹੋ। ਸਾਡੇ ਵਾਸਤੇ ਕੋਈ ਇਨਫੋਰਮੇਸ਼ਨ ਕੋਈ ਪਤਾ ਵੀ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਅਸੀਂ ਇੰਸਟਾਗ੍ਰਾਮ ਤੇ ਵੀ ਪੇਜ ਚਲਾ ਰਹੇ ਹਾਂ ਕਾਮਧੇਨੂ ਗਊਧਾਮ ਦੇ ਨਾਮ ਤੇ। ਉਧਰੋਂ ਵੀ ਅਸੀਂ ਕਾਫੀ ਰੈਗੂਲਰ ਆਪਣੀ ਰੀਲਸ ਵਗੈਰਾ ਪਾਉਂਦੇ ਹਾਂ, ਜਿਹੜਾ ਕੰਮ ਅਸੀਂ ਕਰ ਰਹੇ ਹਾਂ, ਜਿਹੜੇ ਲੋਕ ਸਾਨੂੰ ਵਿਜ਼ਿਟ ਕਰ ਰਹੇ ਉਹ ਕਰ ਸਕਦੇ ਹੋ। ਇੱਕ ਇਹੀ ਚੀਜ਼ ਪ੍ਰਮੋਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਦੇ ਘਰ ਦੇ ਵਿੱਚ ਵੀ ਕੋਈ ਖੁਸ਼ੀ ਦਾ ਤਿਉਹਾਰ ਆਉਂਦਾ, ਕਿਸੇ ਦਾ ਬਰਥਡੇ ਆ ਗਿਆ, ਕਿਸੇ ਦੀ ਐਨੀਵਰਸਰੀ ਆ ਗਈ, ਕੋਈ ਵੈਸੇ ਕਿਤੇ ਦੀ ਜੌਬ ਲੱਗੀ ਬੰਦਾ ਖੁਸ਼ ਹੁੰਦਾ, ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਜਿਹੜੀ ਖੁਸ਼ੀ ਹੈ ਸਾਡੇ ਪਰਿਵਾਰ ਨਾਲ ਵੀ ਆ ਕੇ ਸਾਂਝੀ ਕਰੋ। ਜਿਹੜੇ ਸਾਡੇ ਗਊਸ਼ਾਲਾ ਬਣੀ ਹੈ ਇੱਥੇ ਤੁਸੀਂ ਆ ਕੇ ਕੋਈ ਡੋਨੇਟ ਕਰ ਸਕਦੇ ਹੋ। ਤੁਸੀਂ ਆਪਣੇ ਵੱਲੋਂ ਬਾਹਰੋਂ ਤੁਸੀਂ ਕੋਈ ਸਬਜ਼ੀ ਲੈ ਕੇ ਆਓ, ਤੁਸੀਂ ਕੋਈ ਫਰੂਟਸ ਲੈ ਕੇ ਆਓ, ਤੇ ਗਾਵਾਂ ਬਹੁਤ ਖੁਸ਼ ਹੋ ਕੇ ਖਾਂਦੀਆਂ, ਤੇ ਸਾਨੂੰ ਵੀ ਚੰਗਾ ਲੱਗੇਗਾ ਤੁਸੀਂ ਇੱਥੇ ਆ ਕੇ ਤੁਸੀਂ ਉਹ ਚੀਜ਼ ਹੈਲਪ ਕੀਤੀ ਸਾਡੀ। ਮੇਰਾ ਆਖਰੀ ਸਵਾਲ ਹੈ, ਜਦੋਂ ਕੋਈ ਵੀ ਅਸੀਂ ਕੋਈ ਸਿਆਸੀ ਚਿਹਰਾ ਲਾ ਲਈਏ ਜਾਂ ਫਿਰ ਕੋਈ ਵੀ ਵੱਡਾ NGO ਲਗਾ ਲਈਏ, ਜ਼ਿਆਦਾਤਰ ਛੋਟੀ ਜਿਹੀ ਚੀਜ਼ ਦੇ ਕੇ ਜ਼ਿਆਦਾ ਦੱਸਦੇ ਨੇ, ਤੁਸੀਂ ਜ਼ਿਆਦਾ ਕਰਕੇ ਘੱਟ ਦੱਸਦੇ ਪਏ ਜੇ, ਫਾਇਦਾ ਕੋਈ ਹੋਰ ਵੀ ਹੈਗਾ ਕਿ ਬਸ ਸੇਵਾ ਹੀ ਹੈ? ਨਹੀਂ ਦੇਖੋ, ਅਸੀਂ ਸ਼ੌਂਕ ਨਾਲ ਕਰ ਰਹੇ ਹਾਂ ਸੇਵਾ, ਬਿਲਕੁਲ ਹੈ, ਕਿਉਂਕਿ ਸਾਨੂੰ ਸ਼ੌਂਕ ਹੈ ਸੇਵਾ ਕਰਨ ਦਾ। ਜੇ ਤੁਸੀਂ ਦੇਖੋ ਅਸੀਂ ਜਿਹੜੀ NGO ਵੀ ਸਾਡੀ ਜਿਹੜੀ ਟਰਸਟ ਹੈ ਇਹ ਨਾਨ ਰਿਲੀਜੀਅਸ ਹੈ। ਜਿੰਨੀ ਵੀ ਗਊਸ਼ਾਲਾਜ਼ ਹੈਗੀਆਂ ਸਾਰੀ ਰਿਲੀਜੀਅਸ ਗਊਸ਼ਾਲਾ ਬਣੀ ਹੈ। ਅਸੀਂ ਇਕੱਲੀ ਐਨੀਮਲ ਵੈਲਫੇਅਰ ਚਲਾ ਰਹੇ ਹਾਂ। ਅਸੀਂ ਕਿਹਨੂੰ ਇੱਥੇ ਗਊ ਮਾਤਾ ਨਹੀਂ ਕਹਿੰਦੇ, ਜਿਹਦੀ ਇੱਛਾ ਹੈ ਸ਼ਰਧਾ ਉਹ ਆ ਕੇ ਜੋ ਮਰਜ਼ੀ ਕਰੇ, ਲੇਕਿਨ ਅਸੀਂ ਸ਼ੌਂਕ ਦੇ ਨਾਲ ਸੇਵਾ ਕਰ ਰਹੇ ਹਾਂ। ਸਾਡਾ ਮੇਨ ਪਰਪਸ ਇਹ ਹੈ ਕਿ ਅਸੀਂ ਸ਼ਹਿਰ ਦੇ ਵਿੱਚ ਉਹ ਚੰਗੇ ਲੋਕ ਜੋੜਨਾ ਚਾਹੁੰਦੇ ਹਾਂ ਇਸ ਗਊਸ਼ਾਲਾ ਦੇ ਨਾਲ, ਜਿਹੜੇ ਦਿਲੋਂ ਹੈਲਪ ਕਰਨਾ ਚਾਹੁੰਦੇ। ਦੇਖੋ ਜਿਹੜਾ ਵੀ ਸਾਡੇ ਕੋਲ ਕੋਈ ਆਂਦਾ ਇਹ ਪੈਸੇ ਮੰਗਦਾ ਹੀ ਨਹੀਂ, ਉਹਦੇ ਕੋਲ ਉਹਦੀ ਇੱਛਾ ਦੇ, ਜਿਹਦੀ ਇੱਛਾ ਨਹੀਂ ਹੈਗੀ ਤੁਸੀਂ ਮੰਗੋਗੇ ਤੇ ਉਹ ਪੈਸੇ ਤੁਹਾਨੂੰ ਚੰਗੇ ਨਹੀਂ ਕਦੀ ਲੱਗਣੇ। ਤੇ ਜਿਹਨੂੰ ਚੰਗਾ ਲੱਗਾ ਤੁਹਾਡਾ ਕੰਮ ਉਹਨੇ ਵੈਸੇ ਹੀ ਸ਼ਰਧਾ ਅਨੁਸਾਰ ਦੇ ਜਾਣਾ, ਤੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਤੇ ਸਾਡੀ ਮੇਨ ਪਰਪਸ ਇਹ ਹੈ ਕਿ ਦੇਖੋ ਕੰਮ ਸਾਰੇ ਕਰਦੇ ਪਏ ਆ, ਕੋਈ ਬਹੁਤ ਘੱਟ ਕਰਕੇ ਵੱਧ ਖਾ ਦਿੰਦੇ ਆ, ਉਹ ਜ਼ਿਆਦਾ ਲੰਬਾ ਚੱਲਦੇ ਵੀ ਨਹੀਂ। ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਉਹ ਕੰਮ ਠੀਕ ਨਹੀਂ ਕਰ ਰਹੇ। ਤੁਸੀਂ ਕਿੰਨੀ ਵਾਰੀ ਲੋਕਾਂ ਨੂੰ ਝੂਠ ਬੋਲੋਗੇ ਨਾ, ਤੇ ਜਿਹੜਾ ਕੰਮ ਹਮੇਸ਼ਾ ਜੈਨੂਇਨ ਹੋਏਗਾ ਨਾ ਉਹ ਹੌਲੀ ਹੌਲੀ ਪਿਕਅਪ ਕਰੇਗਾ, ਲੇਕਿਨ ਬਹੁਤ ਅੱਗੇ ਤੱਕ ਜਾਏਗਾ। ਸਾਡਾ ਟੀਚਾ ਇਹ ਨਹੀਂ ਕਿ ਇੱਕੋ ਗਊਸ਼ਾਲਾ ਬਣਾ ਕੇ ਖੁਸ਼ ਹੋ ਗਏ, ਅਸੀਂ ਪੂਰਾ ਇੰਡੀਆ ਕਵਰ ਕਰਨਾ ਚਾਹੁੰਦੇ ਹਾਂ। ਕਾਮਧੇਨੂ ਗਊਧਾਮ ਟਰਸਟ ਜਿਹੜੀ ਹੈ ਦਿੱਲੀ ਦੇ ਵਿੱਚ ਰਜਿਸਟਰਡ ਹੈ, ਮੈਤਰੇਆ ਦਾਦਾ ਸ਼੍ਰੀ ਜੀ ਦੇ ਫਾਊਂਡਰ ਨੇ। ਤੇ ਸਾਡਾ ਟੀਚਾ ਇਹ ਹੈ ਕਿ ਪੂਰੇ ਇੰਡੀਆ ਦੇ ਵਿੱਚ ਕੋਈ ਵੀ ਗਾਂ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਜਿਹੜੀ ਸੜਕ ਦੇ ਵਿੱਚ ਅਵਾਰਾ ਜਾਂ ਬੇਘਰ ਜਾਂ ਬੇਸਹਾਰਾ ਰੁਲਦੀ ਪਈ ਹੈ। ਅਸੀਂ ਸਾਰਿਆਂ ਨੂੰ ਇੱਕ ਵਧੀਆ ਸਿੱਖਿਆ ਦੇਣਾ ਚਾਹ ਰਹੇ ਹਾਂ ਕਿ ਇੱਕ ਜਿਹੜੀ ਗਾਂ ਹੈ ਜਿਹੜੀ ਦੁੱਧ ਨਹੀਂ ਦੇ ਸਕਦੀ, ਜਿਹਨੂੰ ਡੇਅਰੀ ਫਾਰਮ ਨੇ ਬਾਹਰ ਕੱਢਤਾ ਹੋਇਆ, ਉਹਨੂੰ ਸਹਾਰਾ ਦੇਣਾ ਜ਼ਿਆਦਾ ਜ਼ਰੂਰਤ ਹੈ। ਤੁਸੀਂ ਉਹ ਵਾਲੀ ਗਊਸ਼ਾਲਾ ਨਾ ਜਾਓ ਜਿੱਥੇ ਵੱਧ ਤੋਂ ਵੀ ਜ਼ਿਆਦਾ ਮਿਲ ਰਿਹਾ, ਤੁਸੀਂ ਉਹ ਵਾਲੀ ਗਊਸ਼ਾਲਾ ਜਾਓ ਜਿੱਥੇ ਲੋੜ ਹੈਗੀ ਹੈਲਪ ਕਰਨ ਦੀ, ਜਿਸ ਤਰ੍ਹਾਂ ਕਿ ਇਹ ਵਾਲੀ ਗਊਸ਼ਾਲਾ। ਤੇ ਇਹ ਜਿਹੜਾ ਮੈਸੇਜ ਹੈ ਇਹ ਹੌਲੀ ਹੌਲੀ ਜਾਂਦਾ, ਲੇਕਿਨ ਚੰਗੇ ਲੋਕਾਂ ਤੱਕ ਜਾਂਦਾ, ਤੇ ਉਹੀ ਚੰਗੇ ਲੋਕ ਅੱਗੇ ਆ ਕੇ ਹੈਲਪ ਕਰਦੇ। ਸੋ ਬਿਲਕੁਲ ਬਹੁਤ ਬਹੁਤ ਧੰਨਵਾਦ। ਇਹ ਜਿਹੜਾ ਉਪਰਾਲਾ ਤੁਸੀਂ ਕੀਤਾ ਹੈ, ਉਪਰਾਲਾ ਅਸੀਂ ਉਮੀਦ ਕਰਦੇ ਹਾਂ ਕਿ
ਅੱਜ ਅੰਮ੍ਰਿਤਸਰ ਦੇ ਵਿੱਚ ਹੈ, ਕੱਲ ਪੂਰੇ ਦੇਸ਼ ਦੇ ਵਿੱਚ ਇਹ ਉਪਰਾਲਾ ਜਿਹੜਾ ਵਾ ਦੇਖਣ ਨੂੰ ਮਿਲੇਗਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਲੋਕ ਕਿਸ ਤਰੀਕੇ ਨਾਲ ਜੁੜਦੇ ਆ ਇਸ ਉਪਰਾਲੇ ਦੇ ਨਾਲ, ਕਿਉਂਕਿ ਜ਼ਿਆਦਾਤਰ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਦੇਣਾ ਥੋੜ੍ਹਾ ਤੇ ਦਿਖਾਣਾ ਜ਼ਿਆਦਾਤਰ ਲੋਕਾਂ ਦੀ ਇਹ ਸੋਚ ਬਣੀ ਹੋਈ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਕਿਹੜਾ ਇਨਸਾਨ ਇਸ ਤਰ੍ਹਾਂ ਦੀਆਂ ਸੇਵਾਵਾਂ ਦੇ ਨਾਲ ਜੁੜਦਾ ਹੈ। ਕੈਮਰਾਮੈਨ ਸੰਦੀਪ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।